students, and I welcome you again in this channel of economics। ਤਾਂ ਆਪਣਾ ਅੱਜ ਦਾ ਜੋ ਟੌਪਿਕ ਹੈ ਉਹ ਹੈ ਉਤਪਾਦਨ ਸੰਭਾਵਨਾ ਵਕਰ ਵਿੱਚ ਹੋਣ ਵਾਲੇ ਬਦਲਾਵ। ਤਾਂ ਲਿਖ ਲਓ ਆਪਣੀ ਕਾਪੀ ਤੇ ਉਤਪਾਦਨ ਸੰਭਾਵਨਾ ਵਕਰ ਵਿੱਚ ਹੋਣ वाले बदलाव। मतलब ਆਪਾਂ ਇਸ ਲੈਕਚਰ ਦੇ ਵਿੱਚ ਇਹ ਦੇਖਾਂਗੇ ਵੀ ਸ਼ੁਰੂਆਤ ਦੇ ਵਿੱਚ ਆਪਣੇ ਕੋਲ ਇੱਕ ਉਤਪਾਦਨ ਸੰਭਾਵਨਾ ਵਕਰ ਹੋਏਗੀ। ਆਪਾਂ ਇਹ ਦੇਖਣਾ ਹੈ ਵੀ ਉਹਦੇ ਵਿੱਚ ਬਦਲਾਵ ਕਿਵੇਂ ਹੋ ਸਕਦੇ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਪਏਗਾ ਕਿ ਬਦਲਾਵ ਦਾ ਮਤਲਬ ਕੀ ਹੁੰਦਾ ਹੈ। ਬਦਲਾਵ ਕੀ ਹੈ? ਆਪਾਂ ਆਮ ਤੌਰ ਤੇ ਕਹਿੰਦੇ ਆ ਕਿ ਕੋਈ ਫਲਾਣਾ ਬੰਦਾ ਸੀ ਉਹ ਹੁਣ ਬਦਲ ਗਿਆ। ਜਦੋਂ ਆਪਾਂ ਕਹਿੰਦੇ ਆ ਕਿ ਉਹ ਬੰਦਾ ਪਹਿਲਾਂ ਨਾਲੋਂ ਬਦਲ ਗਿਆ, ਇਹਦਾ ਮਤਲਬ ਕੀ ਹੁੰਦਾ ਹੈ ਕਿ ਪਹਿਲਾਂ ਉਹ ਕੁਝ ਹੋਰ ਸੀ ਤੇ ਹੁਣ ਕੁਝ ਹੋਰ ਹੈ। ਇਹੀ ਚੀਜ਼ ਆਪਾਂ ਉਤਪਾਦਨ ਸੰਭਾਵਨਾ ਵਕਰ ਦੇ ਵਿੱਚ ਗੱਲ ਕਰਾਂਗੇ। ਜਦੋਂ ਆਪਾਂ ਇਹ ਕਹਿੰਦੇ ਆ ਕਿ ਉਤਪਾਦਨ ਸੰਭਾਵਨਾ ਵਕਰ ਦੇ ਵਿੱਚ ਬਦਲਾਵ ਆ ਗਏ ਨੇ, ਇਹਦਾ ਮਤਲਬ ਆਪਾਂ ਨੂੰ ਪਹਿਲਾਂ ਸ਼ੁਰੂਆਤ ਦੇ ਵਿੱਚ ਇੱਕ ਉਤਪਾਦਨ ਸੰਭਾਵਨਾ ਵਕਰ ਬਣਾਉਣੀ ਪਏਗੀ। बाद ਆਪਾਂ ਇੱਕ ਹੋਰ ਉਤਪਾਦਨ ਸੰਭਾਵਨਾ ਵਕਰ ਬਣਾਵਾਂਗੇ ਤੇ ਇਹ ਕਹਿ ਦਿਆਂਗੇ ਕਿ ਪਹਿਲਾਂ ਆ ਸੀ ਤੇ ਹੁਣ ਆ ਹੈ। यानी ਜਦੋਂ ਵੀ ਆਪਾਂ ਉਤਪਾਦਨ ਸੰਭਾਵਨਾ ਵਕਰ ਦੇ ਬਦਲਾਵ ਕਰਾਂਗੇ ਉਹਨਾਂ ਸਾਰਿਆਂ ਦੇ ਵਿੱਚ ਇੱਕ ਚੀਜ਼ ਕਾਮਨ ਰਹੇਗੀ ਕਿ ਸਾਰੀਆਂ ਡਾਇਗਰਾਮ ਦੇ ਵਿੱਚ ਦੋ ਉਤਪਾਦਨ ਸੰਭਾਵਨਾ ਵਕਰ ਬਣਨਗੀਆਂ, ਇੱਕ ਪਹਿਲਾਂ ਵਾਲੀ ਤੇ ਇੱਕ ਹੁਣ ਵਾਲੀ ਜਿਹੜੀ ਕਿ ਬਦਲ ਕੇ ਬਣੀ ਹੈ। ਹੁਣ ਉਤਪਾਦਨ ਸੰਭਾਵਨਾ ਵਕਰ ਦੇ ਵਿੱਚ ਬਦਲਾਵ ਜਿਹੜੇ ਨੇ ਉਹ ਕਿਵੇਂ ਹੋ ਸਕਦੇ ਨੇ? ਦੇਖੋ ਆਪਾਂ ਚੀਜ਼ ਨੂੰ ਬਦਲਣਾ ਹੈ, ਇਹਦਾ ਮਤਲਬ ਆਪਾਂ ਨੂੰ ਕੁਝ ਨਾ ਕੁਝ ਚੀਜ਼ ਜਿਹੜੀ ਹੈ ਜੋ ਆਪਾਂ ਮੰਨ ਕੇ ਚੱਲੇ ਸੀ ਉਹ ਛੱਡਣੀ ਪਏਗੀ ਤਾਂ ਹੀ ਬਦਲਾਵ ਹੋ ਸਕਦਾ ਹੈ। यानी इस तो पहला कि ਆਪਾਂ ਉਤਪਾਦਨ ਸੰਭਾਵਨਾ ਵਕਰ ਦੇ ਵਿੱਚ ਹੋਣ ਵਾਲੇ ਬਦਲਾਵ ਪੜੀਏ, ਆਪਾਂ ਇਹ ਦੇਖਦੇ ਹਾਂ ਵੀ ਜਦੋਂ ਆਪਾਂ ਉਤਪਾਦਨ ਸੰਭਾਵਨਾ ਵਕਰ ਬਣਾਈ ਸੀ ਆਪਾਂ ਕਿਹੜੀਆਂ ਚੀਜ਼ਾਂ ਮੰਨ ਕੇ ਚੱਲੇ ਸੀ, ਮਤਲਬ ਉਹਦੀਆਂ ਮਾਨਤਾਵਾਂ ਕੀ ਸੀ। ਆਪਾਂ ਅਗਰ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਚਾਰ ਮਾਨਤਾਵਾਂ ਜਿਹੜੀਆਂ ਉਹ ਮੰਨੀਆਂ ਸੀ। ਪਹਿਲੀ ਆਪਾਂ ਕਿਹਾ ਸੀ ਕਿ ਜਿਹੜੀ ਉਤਪਾਦਨ ਸੰਭਾਵਨਾ ਵਕਰ ਹੈ ਉਹ ਕੀ ਕਰਦੀ ਹੈ, ਉਹ ਦੋ ਵਸਤੂਆਂ ਦੇ ਜੋੜੇ ਦਿਖਾਉਂਦੀ ਹੈ। ਹੁਣ ਅਗਰ ਆਪਾਂ ਇਹਨੂੰ ਬਦਲਣਾ ਚਾਹੀਏ ਤਾਂ ਆਪਾਂ ਇਹਨੂੰ ਬਦਲ ਹੀ ਨਹੀਂ ਸਕਦੇ। ਕਿਉਂ? ਕਿਉਂਕਿ ਅਗਰ ਆਪਾਂ ਇਹਨੂੰ ਬਦਲਣਾ ਹੈ ਤਾਂ ਕੀ ਕਰਨਾ ਪਏਗਾ, ਆਪਾਂ ਨੂੰ ਵਸਤੂਆਂ 3 4 5 6 ਦਿਖਾਣੀਆਂ ਪੈਣਗੀਆਂ। ਪਰ ਕਿਉਂਕਿ ਆਪਣੇ ਕੋਲ ਐਕਸਿਸ ਸਿਰਫ ਦੋ ਹੀ ਨੇ, x ਤੇ y, ਤਾਂ ਆਪਾਂ ਉਹਦੇ ਚ ਦੋ ਹੀ ਵਸਤੂਆਂ ਦਿਖਾ ਸਕਦੇ ਹਾਂ। ਮਤਲਬ ਇਹ ਵਾਲੀ ਮਾਨਤਾ ਨੂੰ ਆਪਾਂ ਨਹੀਂ ਬਦਲ ਸਕਦੇ। ਯਾਨੀ ਕਿ ਇਹਦੇ ਵਿੱਚ ਹੋਣ ਵਾਲੇ ਬਦਲਾਵ ਕਰਕੇ ਉਤਪਾਦਨ ਸੰਭਾਵਨਾ ਵਕਰ ਵਿੱਚ ਬਦਲਾਵ ਨਹੀਂ ਆ ਸਕਦਾ, ਕਿਉਂਕਿ ਇਹਨੇ ਬਦਲਣਾ ਨਹੀਂ ਤਾਂ ਇਹਦੇ ਕਰਕੇ ਉਤਪਾਦਨ ਸੰਭਾਵਨਾ ਵਕਰ ਵੀ ਨਹੀਂ ਬਦਲੇਗੀ। ਫਿਰ ਆਪਾਂ ਮੰਨ ਕੇ ਚੱਲੇ ਸੀ ਕਿ ਸਾਧਨ ਜਿਹੜੇ ਨੇ ਉਹ ਆਪਾਂ ਨੂੰ ਦਿੱਤੇ ਗਏ ਹਨ, ਤਾਂ ਹੁਣ ਇਹਦੇ ਵਿੱਚ ਅਗਰ ਆਪਾਂ ਸੋਚੀਏ ਤਾਂ ਬਦਲਾਵ ਹੋ ਸਕਦਾ ਹੈ। ਜਿਹੜੇ ਆਪਾਂ ਨੂੰ ਸਾਧਨ ਦਿੱਤੇ ਗਏ ਨੇ ਉਹ ਸਾਧਨਾਂ ਨੂੰ ਪਹਿਲਾਂ ਨਾਲੋਂ ਵਧਾਇਆ ਵੀ ਜਾ ਸਕਦਾ ਹੈ ਤੇ ਉਹਨੂੰ ਪਹਿਲਾਂ ਨਾਲੋਂ ਘਟਾਇਆ ਵੀ ਜਾ ਸਕਦਾ ਹੈ। ਮਤਲਬ ਅਗਰ ਆਪਾਂ ਚਾਹੀਏ ਤਾਂ ਸਾਧਨ ਬਦਲ ਕੇ ਜਿਹੜੀ ਉਤਪਾਦਨ ਸੰਭਾਵਨਾ ਵਕਰ ਹੈ ਉਹਨੂੰ ਆਪਾਂ ਬਦਲ ਸਕਦੇ ਹਾਂ। ਯਾਨੀ ਇੱਕ ਬਦਲਾਵ ਤਾਂ ਇਹਦੇ ਕਰਕੇ ਆ ਸਕਦਾ ਹੈ। तीसरा ਆਪਾਂ ਕਿਹਾ ਸੀ ਕਿ ਜੋ ਆਪਣੀ ਤਕਨੀਕ ਦਾ ਪੱਧਰ ਹੈ ਉਹ ਵੀ ਆਪਾਂ ਨੂੰ ਦਿੱਤਾ ਗਿਆ ਹੈ। ਯਾਨੀ ਹੁਣ ਅਗਰ ਆਪਾਂ ਸੋਚੀਏ ਕਿ ਕੀ ਟੈਕਨੀਕ ਚੇਂਜ ਹੋ ਸਕਦੀ ਹੈ, ਬਿਲਕੁਲ ਹੋ ਸਕਦੀ ਹੈ। ਟੈਕਨੀਕ ਜਿਹੜੀ ਹੈ ਉਹਨੂੰ ਵਿੱਚ ਬਦਲਾਵ ਕੀਤੇ ਜਾ ਸਕਦੇ ਨੇ, ਤਾਂ ਟੈਕਨੀਕ ਬਦਲ ਸਕਦੀ ਹੈ ਤਾਂ ਉਹਦੇ ਕਰਕੇ ਵੀ ਉਤਪਾਦਨ ਸੰਭਾਵਨਾ ਵਕਰ ਬਦਲ ਸਕਦੀ ਹੈ। ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਆਪਾਂ ਧਿਆਨ ਚ ਰੱਖਣੀ ਹੈ ਵੀ ਟੈਕਨੀਕ ਹਮੇਸ਼ਾ ਪਹਿਲਾਂ ਨਾਲੋਂ ਚੰਗੀ ਹੀ ਹੋ ਸਕਦੀ ਹੈ, ਮਾੜੀ ਨਹੀਂ ਹੋ ਸਕਦੀ। क्यों? क्योंकि अगर कोई उत्पादक आपका उत्पादन कर रहा है वो कहता है मैं टेक्निक ਦੇ ਵਿੱਚ ਬਦਲਾਵ ਕਰਨ ਲੱਗਿਆ ਤੇ ਪਹਿਲਾਂ ਨਾਲੋਂ ਮਾੜੀ ਤਕਨੀਕ ਲਿਆਉਣ ਲੱਗਿਆ, ਤਾਂ ਇਸ ਤਰ੍ਹਾਂ ਦੇ ਉਤਪਾਦਕ ਜਿਹੜੇ ਨੇ ਉਹ ਵਿਵੇਕਸ਼ੀਲ ਨਹੀਂ ਹੁੰਦੇ, ਸਮਝਦਾਰ ਨਹੀਂ ਹੁੰਦੇ, ਤਾਂ ਉਹਨਾਂ ਨੂੰ ਆਪਾਂ ਇਕਨੋਮਿਕਸ ਦੇ ਵਿੱਚ ਵੀ ਸਟੱਡੀ ਨਹੀਂ ਕਰਦੇ। ਟੈਕਨੀਕ ਅਗਰ ਉਹ ਬਦਲਾਵ ਕਰੇਗਾ ਤਾਂ ਹਮੇਸ਼ਾ ਪਹਿਲਾਂ ਨਾਲੋਂ ਚੰਗੀ ਟੈਕਨੀਕ ਹੀ ਲੈ ਕੇ ਆਏਗਾ, ਮਾੜੀ ਟੈਕਨੀਕ ਨਹੀਂ ਲੈ ਕੇ ਆਏਗਾ। मतलब ਆਪਾਂ ਸੋਚੀਏ ਤਾਂ ਟੈਕਨੀਕ ਦੇ ਵਿੱਚ ਬਦਲਾਵ ਹੋ ਸਕਦਾ ਹੈ, ਤਾਂ ਇਸ ਕਰਕੇ ਉਤਪਾਦਨ ਸੰਭਾਵਨਾ ਵਕਰ ਵਿੱਚ ਵੀ ਬਦਲਾਵ ਹੋ ਸਕਦਾ ਹੈ। ਚੌਥਾ ਆਪਾਂ ਮੰਨ ਕੇ ਚੱਲੇ ਸੀ ਵੀ ਜਿਹੜੇ ਸਾਧਨ ਨੇ ਆਪਾਂ ਉਹਨਾਂ ਦੀ ਕੀ ਕਰ
ਆ। ਹੁਣ ਆਪਾਂ ਕਹੀਏ ਵੀ ਆਪਾਂ ਇਹਦੇ ਚ ਬਦਲਾਵ ਕਰਨ ਜਾ ਰਹੇ ਹਾਂ ਜੀ, ਇਹਦਾ ਮਤਲਬ ਕੀ ਹੋਏਗਾ ਵੀ ਆਪਾਂ ਸਾਧਨਾਂ ਦੀ ਪੂਰਨ ਵਰਤੋਂ ਨਹੀਂ ਕਰ ਰਹੇ ਜਾਂ ਆਪਾਂ ਉਹਨਾਂ ਦੀ ਸਹੀ ਵਰਤੋਂ ਨਹੀਂ ਕਰ ਰਹੇ। ਆਪਾਂ ਕਿਉਂ ਸਹੀ ਵਰਤੋਂ ਨਹੀਂ ਕਰਨਾ ਚਾਹਾਂਗੇ ਜਾਂ ਆਪਾਂ ਕਿਉਂ ਪੂਰੀ ਵਰਤੋਂ ਨਹੀਂ ਕਰਨਾ ਚਾਹਾਂਗੇ? ਇੱਕ ਸਮਝਦਾਰ ਉਤਪਾਦਕ ਹੋਣ ਦੇ ਨਾਤੇ ਆਪਾਂ ਉਤਪਾਦਨ ਦੇ ਸਾਧਨਾਂ ਦੀ ਹਮੇਸ਼ਾ ਪੂਰੀ ਵਰਤੋਂ ਵੀ ਕਰਾਂਗੇ, ਨਾਲ ਦੇ ਨਾਲ ਆਪਾਂ ਸਹੀ ਵਰਤੋਂ ਵੀ ਕਰਾਂਗੇ। ਮਤਲਬ ਆਪਾਂ ਇਹਦੇ ਵਿੱਚ ਵੀ ਬਦਲਾਵ ਨਹੀਂ ਕਰਨਾ ਚਾਹੁੰਦੇ, ਆਪਾਂ ਇਹਦੇ ਵਿੱਚ ਵੀ ਬਦਲਾਵ ਕਰ ਨਹੀਂ ਸਕਦੇ। ਸੋਚੋ, ਦੋ ਵਸਤੂਆਂ ਦੇ ਜੋੜੇ ਹੀ ਦਿਖਾਏਗੀ, ਉਹਦੇ ਵਿੱਚ ਬਦਲਾਵ ਆਪਾਂ ਕਰ ਨਹੀਂ ਸਕਦੇ। ਸਾਧਨਾਂ ਦੀ ਪੂਰਨ ਵਰਤੋਂ, ਕੁਸ਼ਲ ਵਰਤੋਂ, ਇਹਦੇ ਚ ਆਪਾਂ ਬਦਲਾਵ ਕਰਨਾ ਨਹੀਂ ਚਾਹੁੰਦੇ। ਯਾਨੀ ਅਗਰ ਕੋਈ ਬਦਲਾਵ ਹੋ ਸਕਦਾ ਹੈ ਤਾਂ ਕਿੰਨੇ ਚ ਹੋ ਸਕਦਾ ਹੈ? ਜਿਹੜੇ ਆਪਾਂ ਨੂੰ ਸਾਧਨ ਦਿੱਤੇ ਗਏ ਨੇ ਉਹਨਾਂ ਚ ਬਦਲਾਵ ਹੋ ਸਕਦਾ ਹੈ, ਜਾਂ ਜਿਹੜੀ ਟੈਕਨੀਕ ਆਪਾਂ ਯੂਜ਼ ਕਰ ਰਹੇ ਹਾਂ ਉਸ ਚੀਜ਼ ਨੂੰ ਬਣਾਉਣ ਵਾਸਤੇ ਉਸ ਟੈਕਨੀਕ ਦੇ ਵਿੱਚ ਬਦਲਾਵ ਹੋ ਸਕਦਾ ਹੈ। ਯਾਨੀ ਉਤਪਾਦਨ ਸੰਭਾਵਨਾ ਵਕਰ ਵਿੱਚ ਹੋਣ ਵਾਲੇ ਬਦਲਾਵ ਕਿੰਨੇ ਕਾਰਨਾਂ ਕਰਕੇ ਹੋ ਸਕਦੇ ਨੇ? ਦੋ ਕਾਰਨਾਂ ਕਰਕੇ ਹੋ ਸਕਦੇ ਨੇ। ਪਹਿਲਾ, ਜਦੋਂ ਜਿਹੜੇ ਤੁਹਾਨੂੰ ਸਾਧਨ ਦਿੱਤੇ ਗਏ ਨੇ ਉਹ ਬਦਲ ਜਾਣ। ਨੰਬਰ 2, ਜੋ ਤੁਹਾਨੂੰ ਟੈਕਨੀਕ ਦਾ ਪੱਧਰ ਦਿੱਤਾ ਗਿਆ ਹੈ ਉਹ ਬਦਲ ਜਾਵੇ। ਤਾਂ ਬਦਲਾਵ ਦੇ ਕਾਰਨ ਸਿਰਫ ਦੋ ਹੀ ਹੋਣਗੇ। ਤਾਂ ਆਪਾਂ ਦੋਨਾਂ ਨੂੰ ਇੱਕ ਇੱਕ ਕਰਕੇ ਜਿਹੜਾ ਹੈ ਉਹ ਦੇਖਦੇ ਹਾਂ। ਤਾਂ ਉਤਪਾਦਨ ਸੰਭਾਵਨਾ ਵਕਰ ਦੇ ਵਿੱਚ ਪਹਿਲਾ ਬਦਲਾਵ ਕਿੰਨੇ ਕਾਰਨ ਹੋਏਗਾ? ਜਦੋਂ ਆਪਣੇ ਸਾਧਨਾਂ ਦੇ ਵਿੱਚ ਬਦਲਾਵ ਹੋ ਜਾਵੇ। ਯਾਨੀ ਜੋ ਆਪਾਂ ਨੂੰ ਸਾਧਨ ਦਿੱਤੇ ਗਏ ਨੇ ਉਹ ਕੀ ਹੋ ਜਾਣ? ਪਹਿਲਾਂ ਨਾਲੋਂ ਬਦਲ ਜਾਣ। ਹੁਣ ਜਦੋਂ ਮੈਂ ਕਹਾਂ ਕਿ ਸਾਧਨ ਜਿਹੜੇ ਨੇ ਉਹ ਪਹਿਲਾਂ ਨਾਲੋਂ ਬਦਲ ਗਏ ਤਾਂ ਬਦਲਾਵ ਦਾ ਮਤਲਬ ਕੀ ਹੋ ਸਕਦਾ ਹੈ? ਜਿਹੜੇ ਆਪਾਂ ਨੂੰ ਸਾਧਨ ਦਿੱਤੇ ਗਏ ਨੇ ਉਹ ਪਹਿਲਾਂ ਨਾਲੋਂ ਘੱਟ ਵੀ ਸਕਦੇ ਨੇ ਤੇ ਪਹਿਲਾਂ ਨਾਲੋਂ ਵੱਧ ਵੀ ਸਕਦੇ ਨੇ। ਸਿਰਫ ਸਾਧਨਾਂ ਦੇ ਵਿੱਚ ਬਦਲਾਵ ਦਾ ਮਤਲਬ ਇਹ ਨਹੀਂ ਲੈਣਾ ਵੀ ਸਾਧਨ ਜਿਹੜੇ ਨੇ ਉਹ ਵੱਧ ਹੀ ਗਏ ਨੇ। ਜੇ ਸਾਧਨ ਪਹਿਲਾਂ ਨਾਲੋਂ ਘੱਟ ਜਾਂਦੇ ਨੇ ਤਾਂ ਉਹ ਵੀ ਤਾਂ ਇੱਕ ਤਰ੍ਹਾਂ ਦਾ ਬਦਲਾਵ ਹੀ ਹੈ। ਆਪਾਂ ਬੜੀ ਸਿੰਪਲ ਜਿਹੀ ਐਗਜ਼ਾਮਪਲ ਲੈਂਦੇ ਆ। ਜੇ ਮੰਨ ਲਓ ਕੋਈ ਬਾੜ ਆ ਜਾਂਦੀ ਹੈ, ਭੂਕੰਪ ਆ ਜਾਂਦਾ ਹੈ, ਸੁਨਾਮੀ ਆ ਜਾਂਦੀ ਹੈ, ਬਾਰਿਸ਼ ਜ਼ਿਆਦਾ ਹੋ ਜਾਂਦੀ ਹੈ ਤਾਂ ਜਿਹੜੇ ਆਪਣੇ ਕੋਲ ਸਾਧਨ ਨੇ ਉਹ ਘਟ ਵੀ ਸਕਦੇ ਨੇ। ਤਾਂ ਜੇ ਆਪਾਂ ਕੋਸ਼ਿਸ਼ਾਂ ਕਰੀਏ ਤਾਂ ਸਾਧਨ ਵੱਧ ਵੀ ਸਕਦੇ ਨੇ। ਤਾਂ ਜਦੋਂ ਆਪਾਂ ਸਾਧਨ ਵਿੱਚ ਬਦਲਾਵ ਦੀ ਗੱਲ ਕਰਾਂਗੇ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਲੈ ਕੇ ਚੱਲਾਂਗੇ। ਪਹਿਲਾ ਉਹ ਆਪਾਂ ਲੈ ਕੇ ਚੱਲਾਂਗੇ ਸਾਧਨਾਂ ਵਿੱਚ ਵਾਧਾ। दूसरा ਆਪਾਂ ਲੈ ਕੇ ਚੱਲਾਂਗੇ ਸਾਧਨਾਂ ਵਿੱਚ ਕਮੀ। मतलब इधर ਆਪਾਂ ਦੇਖਾਂਗੇ ਵੀ ਜੋ ਆਪਾਂ ਉਤਪਾਦਨ ਸੰਭਾਵਨਾ ਵਕਰ ਬਣਾਈ ਸੀ ਕਿੰਦੇ ਦੁਆਰਾ? ਜੋ ਸਾਧਨ ਆਪਾਂ ਨੂੰ ਪਹਿਲਾਂ ਦਿੱਤੇ ਗਏ ਸੀ ਹੁਣ ਉਹ ਸਾਧਨ ਪਹਿਲਾਂ ਨਾਲੋਂ ਵੱਧ ਗਏ ਨੇ। ਇਧਰ ਕੀ ਹੋਏਗਾ? ਆਪਾਂ ਇਹ ਕਹਾਂਗੇ ਕਿ ਜੋ ਉਤਪਾਦਨ ਸੰਭਾਵਨਾ ਵਕਰ ਆਪਾਂ ਬਣਾਈ ਸੀ ਉਹਨੂੰ ਬਦਲ ਗਈ ਹੈ। ਕਿਉਂ ਬਦਲ ਗਈ ਹੈ? ਕਿਉਂਕਿ ਜੋ ਆਪਾਂ ਨੂੰ ਸਾਧਨ ਦਿੱਤੇ ਗਏ ਸੀ ਉਹ ਪਹਿਲਾਂ ਨਾਲੋਂ ਘਟ ਗਏ ਨੇ। ਤਾਂ ਹੁਣ ਆਪਾਂ ਬਦਲਾਵ ਦਿਖਾਣਾ ਹੈ। ਬਦਲਾਵ ਦਿਖਾਉਣ ਵਾਸਤੇ मैं पहला क्या आपको की करना पड़ेगा? सब तो पहला आदि शुरुआती उत्पादन संभावना वक्र जड़ी है वो बनानी पड़ेगी। ता इधर भी आपा एक उत्पादन संभावना वक्र बना लेने आ। उमे ही आपा x एक्सिस ते y एक्सिस ले लेने आ। इधर वस्तु x हो जाएगी ता इधर वस्तु y हो जाएगी। ठीक है? उनके मुताबिक आ जड़ी है वो अपनी उत्पादन संभावना वक्र ए भी बन जाएगी। एवं ही इधर आपा उत्पादन संभावना वक्र बना लेने आ। इधर वस्तु x हो जाएगी, इधर वस्तु y हो जाएगी। उनके मुताबिक ए वाली जड़ी है ये अपनी उत्पादन संभावना वक्र ए भी बन जाएगी। ठीक हो गया? हुन जो आपा उत्पादन कर रहे सी एसएबी के मुताबिक मैं तो अगे भी क्या सी भी एबी की है एक तरह की बाउंड्री लाइन है। मतलब तुसी ਇਹਦੇ ਤੋਂ ਬਾਹਰ नहीं जा सकते। क्यों नहीं जा सकते? क्योंकि बाहर अगर कोई पॉइंट जड़ा है वो ਇੱਥੇ है ਤੁਸੀਂ ਉਹਦੇ ਤੇ ਕਿਉਂ ਨਹੀਂ ਜਾ ਸਕਦੇ? ਕਿਉਂਕਿ ਉਹਨੂੰ ਪੈਦਾ ਕਰਨ ਵਾਸਤੇ ਤੁਹਾਡੇ ਕੋਲ ਉਤਪਾਦਨ ਦੇ ਸਾਧਨ ਹੈ ਹੀ ਤਾਂ ਹੀ ਆਪਾਂ ਬਾਹਰ ਨਹੀਂ ਜਾ ਸਕਦੇ। ਤਾਂ ਹੀ ਆਪਣੇ ਦਾ ਬਾਉਂਡਰੀ ਲੱਗੀ ਹੋਈ ਹੈ। पर सोचो भी जेकर अपने को साधन पहले नालों बढ़ जाए, यानी जो अपने को मजदूर दिते ने, भूमि दी है, पूंजी दी है, उद्यम दिता है, बढ़ जाए आपा की करांगे? उत्पादन पहला नालों ज्यादा करांगे। मतलब ऐसे पॉइंट जेड़े आपा पहला जिथे नहीं जा सकते सी उन्हां
ਆਪਾਂ ਜਾ ਸਕਦੇ ਹੋਵਾਂਗੇ ਤਾਂ ਉਤਪਾਦਨ ਸੰਭਾਵਨਾ ਵਕਰ ਕੀ ਹੋ ਜਾਏਗਾ ਉਹ ਬਾਹਰ ਦੇ ਵੱਲ ਨਿਕਲੇਗੀ। ਬਾਹਰ ਦੇ ਵੱਲ ਨਿਕਲੇਗੀ मतलब जो पहला सी उठों बाहर निकल जाएगी। बाहर निकलेगी तो अपनी नवी उत्पादन संभावना वक्र जेड़ा है वो आ जाएगी। ਇਹਨੂੰ ਆਪਾਂ ਨਾਮ ਦੇ ਦਿੰਦੇ ਆ A1 B1 यानी ਹੁਣ ਆਪਣੀ ਉਤਪਾਦਨ ਸੰਭਾਵਨਾ ਵਕਰ ਕੀ ਹੋ ਰਿਹਾ ਹੈ ਬਾਹਰ ਦੇ ਵੱਲ ਨਿਕਲ ਰਹੀ ਹੈ। ਬਾਹਰ ਦੇ ਵੱਲ ਕਿਉਂ ਨਿਕਲ ਰਹੀ ਹੈ ਕਿਉਂਕਿ ਸਾਧਨ ਜਿਹੜੇ ਨੇ ਪਹਿਲਾਂ ਨਾਲੋਂ ਵੱਧ ਗਏ ਨੇ यानी ਆਪਾਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਉਤਪਾਦਨ ਕਰ ਸਕਦੇ ਆ यानी ਆਪਾਂ ਬਾਹਰ ਦੇ ਵੱਲ ਸ਼ਿਫਟ ਹੋਵਾਂਗੇ। पर ध्यान रखना इस गल दा है भी जदों तुसी इस उत्पादन संभावना वक्र नूं बाहर लेके जाना है तां नवी उत्पादन संभावना वक्र ते पुरानी उत्पादन संभावना वक्र दा फासला जिहड़ा है ये बराबर रहना चाहिए है। मतलब जिहड़ी नवी उत्पादन संभावना वक्र बनेगी वो पुरानी उत्पादन संभावना वक्र दे बिल्कुल पैरेलल बननी चाहिए। हुण पहली गल तां पैरेलल बनेगी किवें नंबर 2 पैरेलल क्यों बननी चाहिए। पहला तो पैरेलल किवें बनेगी वो देखते हैं। सब तो पहला तुसी की करना प्रकार लेके इथे रख के ता एक इथे उत्पादन संभावना वक्र ड्रॉ कर लेना। फिर की करना वो प्रकार नु थोड़ा या उन खोल लेना। खोल के फिर इथे 0 पॉइंट रख के एक और बना लेना। बिल्कुल पैरेलल अपने आप बन जाएंगी। इतना है पैरेलल बनेगी किवें। दूसरा पैरेलल क्यों जांदियां ने ਜਦੋਂ ਦੋ ਵਕਰ ਇੱਕ ਦੂਜੇ ਦੇ ਪੈਰਲਲ ਜਾ ਰਹੀਆਂ ਹੁੰਦੀਆਂ ਨੇ ਇਹਨਾਂ ਦਾ ਮਤਲਬ ਇਹ ਹੁੰਦਾ ਹੈ ਵੀ ਉਹਨਾਂ ਦੋਨਾਂ ਦੀ ਢਲਾਨ ਸੇਮ ਹੈ। क्यों क्योंकि देखो आ जिन्ना मैं इधरों ਵਧਾਇਆ उन्ना ही मैं इधरों ਵਧਾਇਆ यानी जिन्ना इधर प्लस होया उन्ना ही इधर प्लस होया भाग करांगा तो आंसर बराबर ही आएगा। ताकि होएगा ढलान बराबर रहती है। ਜਦੋਂ ਦੋ ਵਕਰ ਪੈਰਲਲ ਜਾ ਰਹੀਆਂ ਹੁੰਦੀਆਂ ਨੇ ਸਮਾਨਾਂਤਰ ਜਾ ਰਹੀਆਂ ਹੁੰਦੀਆਂ ਨੇ ਇਹਨਾਂ ਦਾ मतलब ਇਹ ਹੁੰਦਾ ਹੈ ਵੀ ਉਹਨਾਂ ਦੋਹਾਂ ਵਕਰਾਂ ਦੀ ਢਲਾਨ ਬਰਾबर है। ਜਦੋਂ ਸਾਧਨ ਬਦਲਣਗੇ ਤਾਂ ਮੈਂ ਕਿਹਾ ਕਿ ਹੋਏਗਾ ਪੈਰਲਲ ਜਾਏਗੀ मतलब ढलान च बदलाव नहीं आएगा। क्यों नहीं आएगा ਆਪਾਂ आधे पिछले लेक्चर च गल कीती सी भी ਜਿਹੜੀ उत्पादन संभावना वक्र ਦੀ ढलान है वो निर्भर करती है सीमांत अवसर लागत ਤੇ ਵੀ ਤੁਸੀਂ ਇੱਕ ਚੀਜ਼ ਨੂੰ ਲੈਣ ਵਾਸਤੇ ਦੂਜੀ ਕਿੰਨੀ ਛੱਡਦੇ ਹੋ। ਹੁਣ सीमांत अवसर लागत किन्ने ते निर्भर करती है वो निर्भर करती है तकनीक ते। मतलब जो चीज तुसी लैन जा रहे हो उनमें से जो चीज छड्डन जा रहे हो वो कितना छड्डोगे वो इस गल ते निर्भर करता है भी जो चीज तुसी बनान जा रहे हो उनदी टेक्निक किड्डी बदी है। जे तां जो चीज आपां बनान जा रहे हां उनदी टेक्निक बहुत अच्छी है तो आपां नूं घट छड्डना पएगा। मतलब सीमांत अवसर लागत की होएगा घट होएगी। तां ढलान किन्ने ते निर्भर करती है सीमांत अवसर लागत ते। सीमांत अवसर लागत किन्ने ते निर्भर करती है टेक्निक ते। मतलब जे टेक्निक चेंज होएगी तां सीमांत अवसर लागत चेंज होएगी। सीमांत अवसर लागत चेंज होएगी तां ढलान चेंज होएगी। पर मैं क्या ये इत्थे बदलाव किन्ने च आया है साधना च बदलाव आया है टेक्निक च बदलाव नहीं आया। जे टेक्निक च बदलाव नहीं आया तां सीमांत अवसर लागत विच भी बदलाव नहीं आएगा। जे सीमांत अवसर लागत च बदलाव नहीं आएगा तो फिर ढलान विच भी बदलाव नहीं आएगा। तो दोनों वक्र की होंगियां बिल्कुल पैरेलल जाएंगियां। अगर आप इधर देख लिए हुण ये अपनी शुरुआती उत्पादन संभावना वक्र है जो आपां नूं साधन दिते गए सी ਉਹ ਸਾਧन हुण पहला नालों घट गए। सोचो अगर मैं इस C पॉइंट ते हुंदा तां मैं पहला इस C दे मुताबिक उत्पादन कर रहा सी। हुण जो मेरे को उत्पादन दे साधन ने वो की हो गए पहला नालों घट गए। इसदा मतलब जो उत्पादन मैं पहला कर रहा सी हुण मैं इस लायक नहीं हैगा कि वो उत्पादन मैं हुण कर सका। क्यों क्योंकि हुण मेरे को उन्ने साधन नहीं बचे यानी ए जो पहला मैं प्राप्त कर सकता सी हुण मेरे वास्ते प्राप्त योग नहीं रहेगा। तो हुण अपनी उत्पादन संभावना वक्र की हो जाएगा अंदर वाला आ जाएगी बन अपनी बन जाएगी A1 B1। हुण अपनी नवी उत्पादन संभावना वक्र हेठा वाला आ गई। हुण जो हेठा वाला आई वो भी की बनेगी पैरेलल बनेगी। क्यों पैरेलल बनेगी हाली भी बदलाव किन्ने च होया है साधना दे विच होया है टेक्निक विच बदलाव नहीं होया। जे टेक्निक विच बदलाव नहीं होया तो सीमांत अवसर लागत विच बदलाव नहीं होया। जे सीमांत अवसर लागत विच बदलाव नहीं होया तां उनदे करके जेड़ी अपनी उत्पादन संभावना वक्र दी ढलान है उनदे विच भी बदलाव नहीं होएगा। ढलान बिल्कुल सेम रखनी है। जे
ਜਾਣ ਤੁਹਾਨੂੰ ਉੱਪਰ ਵਾਲੇ ਪਾਸੇ ਪੈਰਲਲ ਲੈ ਜਾਣਾ, ਜੇ ਸਾਧਨ ਘਟ ਜਾਣ ਤੁਹਾਨੂੰ ਹੇਠਾਂ ਵਾਲੇ ਪਾਸੇ ਪੈਰਲਲ ਲੈ ਆਣਾ। ਤਾਂ ਇਹ ਆਪਣਾ ਉਤਪਾਦਨ ਸੰਭਾਵਨਾ ਵਕਰ ਦੇ ਵਿੱਚ ਬਦਲਾਅ ਹੋਇਆ ਜਦੋਂ ਕੀ ਬਦਲਿਆ, ਜਦੋਂ ਆਪਣੇ ਸਾਧਨ ਬਦਲੇ। ਹੁਣ ਆਪਾਂ ਇਹਦਾ ਦੂਸਰਾ ਐਸਪੈਕਟ ਦੇਖਦੇ ਆ ਜਿੰਦੇ ਚ ਹੁਣ ਆਪਾਂ ਕੀ ਕਰਾਂਗੇ, ਹੁਣ ਆਪਾਂ ਸਾਧਨਾਂ ਵਿੱਚ ਬਦਲਾਅ ਨਹੀਂ ਕਰਾਂਗੇ, ਹੁਣ ਆਪਾਂ ਗੱਲ ਕਰਾਂਗੇ ਟੈਕਨੀਕ ਦੇ ਵਿੱਚ ਬਦਲਾਅ। ਤਾਂ ਦੂਸਰਾ ਜਿਹੜਾ ਕਾਰਨ ਹੋ ਸਕਦਾ ਹੈ ਉਤਪਾਦਨ ਸੰਭਾਵਨਾ ਵਕਰ ਦੇ ਬਦਲਣ ਦਾ, ਉਹ ਹੋਏਗਾ ਵੀ ਜਿਹੜੀ ਚੀਜ਼ ਤੁਸੀਂ ਬਣਾ ਰਹੇ ਸੀ ਉਸ ਚੀਜ਼ ਨੂੰ ਬਣਾਉਣ ਵਾਸਤੇ ਵਰਤੀ ਜਾਣ ਵਾਲੀ ਟੈਕਨੀਕ ਬਦਲ ਗਈ। ਮੈਂ ਪਹਿਲਾਂ ਗੱਲ ਕੀਤੀ ਸੀ ਵੀ ਜੇ ਟੈਕਨੀਕ ਵਿੱਚ ਬਦਲਾਅ ਹੋਇਆ ਹੈ ਤਾਂ ਟੈਕਨੀਕ ਪਹਿਲਾਂ ਨਾਲੋਂ ਚੰਗੀ ਹੋ ਸਕਦੀ ਹੈ, ਮਾੜੀ ਨਹੀਂ ਹੋ ਸਕਦੀ। ਤਾਂ ਹੁਣ ਆਪਾਂ ਟੈਕਨੀਕ ਵਿੱਚ ਬਦਲਾਅ ਕਰਕੇ ਉਤਪਾਦਨ ਸੰਭਾਵਨਾ ਵਕਰ ਵਿੱਚ ਜੋ ਬਦਲਾਅ ਹੋਇਆ ਹੈ ਉਹਨੂੰ ਦੇਖਾਂਗੇ। ਹੁਣ ਉਹਦੇ ਵਾਸਤੇ ਕੀ ਕਰਨਾ ਪਏਗਾ, ਆਪਾਂ ਨੂੰ ਫਿਰ ਉਹ ਇੱਕ ਸ਼ੁਰੂਆਤੀ ਉਤਪਾਦਨ ਸੰਭਾਵਨਾ ਵਕਰ ਜਿਹੜੀ ਹੈ ਉਹ ਬਣਾਣੀ ਪਏਗੀ। ਕਿਵੇਂ ਬਣੇਗੀ, ਤਾਂ ਆਪਾਂ ਦੋ ਉਤਪਾਦਨ ਸੰਭਾਵਨਾ ਵਕਰ ਜਿਹੜੀਆਂ ਨੇ ਉਹ ਬਣਾ ਲੈਣੇ ਆ। ਇੱਧਰ ਆਪਾਂ ਵਸਤੂ x ਲੈ ਲੈਣੇ ਆ, ਇੱਧਰ ਆਪਾਂ ਵਸਤੂ y ਲੈ ਲੈਣੇ ਆ। ਉਹਦੇ ਮੁਤਾਬਿਕ ਇਹ ਆਪਣੀ ਉਤਪਾਦਨ ਸੰਭਾਵਨਾ ਵਕਰ ਹੈ AB। एक उत्पादन संभावना वक्र ਆਪਾਂ ਹੋਰ ਬਣਾ ਲੈਣੇ ਆ। ਇੱਧਰ ਵਸਤੂ x ਲੈ ਲੈਣੇ ਆ ਤੇ ਇੱਧਰ ਵਸਤੂ y ਲੈ ਲੈਣੇ ਆ। ਉਹਦੇ ਮੁਤਾਬਿਕ ਇਹ ਜਿਹੜੀ ਹੈ ਇਹ ਆਪਣੀ ਉਤਪਾਦਨ ਸੰਭਾਵਨਾ ਵਕਰ ਹੈ AB। ਹੁਣ ਕੀ ਹੋਇਆ, ਆਪਾਂ ਇੱਕ ਇੱਕ ਕਰਕੇ ਲੈ ਕੇ ਚੱਲਾਂਗੇ। ਇੱਧਰ x ਵਸਤੂ, ਇੱਧਰ x ਵਸਤੂ, ਇੱਧਰ y ਵਸਤੂ, ਇੱਧਰ y ਵਸਤੂ। ਆਪਾਂ ਇਹ ਮੰਨ ਲੈਂਦੇ ਆ ਵੀ ਜਿਹੜੀਆਂ ਦੋ ਵਸਤੂਆਂ ਆਪਾਂ ਬਣਾ ਰਹੇ ਆ ਉਹਨਾਂ ਦੋਨਾਂ ਦੇ ਵਿੱਚੋਂ ਜਿਹੜੀ x ਵਸਤੂ ਵਾਸਤੇ ਆਪਾਂ ਟੈਕਨੀਕ ਵਰਤ ਰਹੇ ਸੀ ਉਹ ਪਹਿਲਾਂ ਨਾਲੋਂ ਚੰਗੀ ਹੋਊਗੀ। ਧਿਆਨ ਰੱਖਣਾ ਇਹ ਜ਼ਰੂਰੀ ਨਹੀਂ ਹੈ ਵੀ ਦੋਨਾਂ ਵਸਤੂਆਂ ਵਾਸਤੇ ਜਿਹੜੀ ਟੈਕਨੀਕ ਵਰਤੀ ਜਾਵੇ ਉਹ ਦੋਨੋਂ ਸੇਮ ਹੀ ਹੋਣ। यानी ਇੱਧਰ ਵਸਤੂ x ਹੈ, ਇੱਧਰ ਵਸਤੂ y ਹੈ, ਇਹ ਚੀਜ਼ ਹੋ ਰਿਹਾ, ਇਹ ਚੀਜ਼ ਹੋ ਰਿਹਾ। ਅਗਰ ਮੰਨ ਲਓ ਮੈਂ ਕਹਾਂ ਇਹ ਕਾਰ ਹੈ ਤੇ ਇਹ ਜਿਹੜਾ ਉਹ ਕੱਪੜਾ ਹੈ, ਹੁਣ ਕਾਰ ਵਾਸਤੇ ਟੈਕਨੀਕ ਕੁਝ ਹੋਰ ਹੋਏਗੀ ਤੇ ਕੱਪੜੇ ਵਾਸਤੇ ਟੈਕਨੀਕ ਕੁਝ ਹੋਰ ਹੋਏਗੀ। ਮੈਂ ਇਹ ਕਿਹਾ ਵੀ ਜਿਹੜੀ ਕਾਰ ਹੈ ਉਹਦੇ ਵਾਸਤੇ ਜੋ ਆਪਾਂ ਟੈਕਨੀਕ ਵਰਤਦੇ ਪਏ ਸੀ ਉਹ ਪਹਿਲਾਂ ਨਾਲੋਂ ਚੰਗੀ ਹੋਈ ਹੈ। ਕੱਪੜੇ ਦੀ ਤਾਂ ਮੈਂ ਗੱਲ ਹੀ ਨਹੀਂ ਕੀਤੀ, ਮਤਲਬ ਕੱਪੜੇ ਦੀ ਟੈਕਨੀਕ ਉਹੀ ਦੀ ਉਹੀ ਰਹੀ, ਸਾਧਨ ਵੈਸੇ ਨਹੀਂ ਬਦਲੇ। ਤਾਂ ਸੋਚੋ, ਮੈਂ ਕਿਹਾ ਸਾਧਨ ਨਹੀਂ ਬਦਲੇ ਮਤਲਬ ਉਤਪਾਦਨ ਵਧਣ ਦਾ ਮਤਲਬ ਹੀ ਪੈਦਾ ਨਹੀਂ ਹੁੰਦਾ। ਇੱਧਰ ਕੀ ਕੀਤਾ, ਸਾਧਨ ਉਨੇ ਹੀ ਨੇ ਪਰ ਟੈਕਨੀਕ ਹੋ ਗਈ ਪਹਿਲਾਂ ਨਾਲੋਂ ਚੰਗੀ। ਯਾਨੀ ਹੁਣ ਕੀ ਹੋਏਗਾ, ਜੇ ਪਹਿਲਾਂ ਮੈਂ ਉਹ B ਉਤਪਾਦਨ ਕਰਦਾ ਪਿਆ ਸੀ X ਵਸਤੂ ਦਾ, ਅਗਰ ਇਹਦੀ ਟੈਕਨੀਕ ਪਹਿਲਾਂ ਨਾਲੋਂ ਚੰਗੀ ਹੋ ਜਾਏਗੀ ਤਾਂ ਮੈਂ ਇਹਦਾ ਉਤਪਾਦਨ ਪਹਿਲਾਂ ਨਾਲੋਂ ਜ਼ਿਆਦਾ ਕਰ ਪਾਵਾਂਗਾ। ਮਤਲਬ ਕੀ ਹੋਏਗਾ, ਪਹਿਲਾਂ ਉਹ B ਸੀ, ਹੁਣ ਆਪਾਂ ਉਹ B ਤੋਂ ਜ਼ਿਆਦਾ ਕਰਨਾ ਹੈ। ਜਿੰਨਾ ਮਰਜ਼ੀ ਕਰ ਲਓ ਕੋਈ ਫਰਕ ਨਹੀਂ ਪੈਂਦਾ। ਮੰਨ ਲਓ ਮੈਂ ਕਹਾਂਗੀ ਹੁਣ ਮੈਂ B1 ਉਤਪਾਦਨ ਕਰਦਾ ਪਿਆ, x ਵਸਤੂ ਦੀ ਟੈਕਨੀਕ ਪਹਿਲਾਂ ਨਾਲੋਂ ਚੰਗੀ ਹੋ ਗਈ ਹੈ। ਉਹਦੇ ਨਾਲ ਕੀ ਹੋਏਗਾ, ਜੋ ਪਹਿਲਾਂ ਉਹ B ਉਤਪਾਦਨ ਹੋ ਰਿਹਾ ਸੀ ਹੁਣ ਵੱਧ ਕੇ ਉਹ B ਵੱਧ ਹੋ ਜਾਏਗਾ। ਪਰ ਕੱਪੜੇ ਦੀ ਟੈਕਨੀਕ ਤਾਂ ਚੰਗੀ ਨਹੀਂ ਹੋਈ ਤਾਂ ਉਹਦਾ ਉਤਪਾਦਨ ਤਾਂ ਨਹੀਂ ਵਧਣਾ, ਤਾਂ ਉਹਦਾ ਪੁਆਇੰਟ ਜਿਹੜਾ ਹੈ ਉਹ ਸੇਮ ਰਹੇਗਾ, ਉਹਦੇ 'ਚ ਕੋਈ ਬਦਲਾਅ ਨਹੀਂ ਕਰਨਾ। x ਵਾਸਤੇ ਨਵਾਂ ਪੁਆਇੰਟ ਕੀ ਆ ਗਿਆ, B1, ਤਾਂ ਹੁਣ ਆਪਾਂ ਇਹਨੂੰ B1 ਦੇ ਨਾਲ ਮਿਲਾ ਦੇਾਂਗੇ। ਇਹ ਆਪਣੀ ਨਵੀਂ ਉਤਪਾਦਨ ਸੰਭਾਵਨਾ ਵਕਰ ਬਣ ਜਾਏਗੀ। ਹੁਣ ਅਗਰ ਇਹਨੂੰ ਦੇਖੀਏ, ਇਹਦੀ ਢਲਾਨ ਜ਼ਿਆਦਾ ਸੀ, ਇਹਦੀ ਢਲਾਨ ਘੱਟ ਹੈ, यानी ढलान बदल गई। ढलान क्यों बदली, क्योंकि टेक्निक बदली। टेक्निक बदलना की होएगा, याद से करा रहे हैं भी उत्पादन संभावना वक्र दी ढलान निर्भर करती है सीमांत अवसर लागत ते। सीमांत अवसर लागत डिपेंड करती है टेक्निक पे। जे टेक्निक बदलेगी ता सीमांत अवसर लागत बदलेगी, सीमांत अवसर लागत बदलेगी ता ढलान बदलेगी। ता टेक्निक बदली ता ढलान भी बदल गई, जो कि जो ਆਪਾਂ ਸਾਧਨਾਂ 'ਚ ਬਦਲਾਅ ਕੀਤਾ ਸੀ ਉਦੋਂ ਇਹ ਚੀਜ਼ ਨਹੀਂ ਹੋਈ ਸੀ। ਹੁਣ ਆਪਾਂ ਇੱਧਰ ਆ ਜਾਂਦੇ ਆ। ਅਗਰ ਆਪਾਂ ਇੱਧਰ ਆਈਏ ਤਾਂ ਹੁਣ ਮੈਂ ਮੰਨ ਲੈਣਾ ਕਿ ਜਿਹੜੀ y ਵਸਤੂ ਹੈ ਉਹਦੀ ਟੈਕਨੀਕ ਪਹਿਲਾਂ ਨਾਲੋਂ ਚੰਗੀ ਹੋਗੀ, ਤਾਂ ਉਹਦਾ ਉਤਪਾਦਨ ਹੁਣ ਆਪਣੇ ਸੇ ਕਰਨਾ ਪਹਿਲਾਂ ਤੋਂ ਜ਼ਿਆਦਾ ਪੋਸੀਬਲ ਹੋ ਜਾਏਗਾ। ਤਾਂ ਪਹਿਲਾਂ ਆਪਾਂ ਕਰਦੇ ਪਏ ਸੀ OA, ਹੁਣ ਕਿਉਂਕਿ ਟੈਕਨੀਕ ਪਹਿਲਾਂ ਨਾਲੋਂ ਚੰਗੀ ਹੋ ਗਈ ਹੈ ਤਾਂ ਆਪਾਂ OA ਤੋਂ ਜ਼ਿਆਦਾ ਉਤਪਾਦਨ ਕਰ ਸਕਦੇ ਹਾਂ। ਕਿੰਨਾ ਜ਼ਿਆਦਾ ਕਰਨਾ ਹੈ ਤੁਹਾਡੀ ਮਰਜ਼ੀ ਹੈ, ਆਪਣੇ ਮੁਤਾबिक ਇੱਕ ਪੁਆਇੰਟ ਲਗਾ ਲੈਣਾ, ਪਰ A ਤੋਂ ਜ਼ਿਆਦਾ ਲਗਾ ਲੈਣਾ। ਹੁਣ ਮੈਂ ਇਹ ਕਿਹਾ ਵੀ ਜਿਹੜਾ ਕੱਪੜਾ ਹੈ ਉਹਦੀ ਟੈਕਨੀਕ ਚੰਗੀ ਹੋਈ ਹੈ
कार की टेक्निक तो चंगी नहीं हुई, मतलब कार का उत्पादन ओबी का ओबी ही होएगा, पर कपड़े का उत्पादन बद के ए तो ए1 हो जाएगा। मतलब हुन आपां की करांगे एनु जाके बी दे नाल मिला देंगे, ये अपनी नवी उत्पादन संभावना बनकर ए1 बी जड़ी है वो बन जाएगी। इधर आपां मान के चले भी x वस्तु की टेक्निक चंगी हुई है, इधर आपां मान के चले कि y वस्तु की टेक्निक चंगी हुई है, पर टेक्निक तो दोनों वस्तुओं की भी चंगी हो सकती है। हुन अगर ये पूछा जाए कि अगर दोनों वस्तुओं की टेक्निक चंगी होए तो की होएगा, तब बच्चे आमतौर पे ये आंसर देंगे कि दोनों पासे बराबर निकल जाएगी। मैं ये क्या है भी दोनों वस्तुओं की टेक्निक चंगी हुई है, मैं ये नहीं क्या भी दोनों वस्तुओं की टेक्निक बराबर चंगी हुई है। तो हुन अपने सामने कुछ ऑप्शंस आएंगे, वो ऑप्शंस की ने उनके वास्ते ਆਪਾਂ ਨੂੰ ਪਹਿला तरह ही ਜਿਹੜੀ उत्पादन संभावना वक्र है वो बनानी पड़ेगी। वस्तु y वस्तु x, इधर फिर नंबर 2 वस्तु x वस्तु y, फिर इधर एक और बना लेने आप वस्तु x ते वस्तु y, तीनों दे विच आपां एक उत्पादन संभावना वक्र बना लेने हैं, क्योंकि आपां बदलाव दिखाना है तब बदलाव दिखाने वास्ते एक शुरुआती उत्पादन संभावना वक्र जड़ी है उनका होना जरूरी है। ता ए बी जड़ी है वो अपनी शुरुआती उत्पादन संभावना वक्र बन गई। हुन इधर की हो रहा है x वस्तु की टेक्निक भी चंगी हुई है, y भी चंगी हुई है, यानी आपां दोनों दा पहला नालों ज्यादा उत्पादन कर सकते हैं। पर सोचो अगर x भी ज्यादा चंगी होगी होवे, y भी चंगी हुई है पर ओनी चंगी नहीं हुई, ता चंगी तो हुई, यानी कि y का उत्पादन भी बढ़ेगा, x की भी चंगी हुई है, x का उत्पादन भी बढ़ेगा, पर x भी ज्यादा चंगी हुई है, इसका मतलब कि y का उत्पादन घट बढ़ेगा तो x का उत्पादन ज्यादा बढ़ेगा। a1 b1, यानी देखो इधर घट बढ़ाना है तो मैं घट फासला ले लिया, इधर ज्यादा बढ़ाना है तो मैं ज्यादा फासला ले लिया। अगर इधर आ जाइए हुन x की भी टेक्निक चंगी हुई है, y की भी चंगी हुई है, पर y की ज्यादा चंगी हुई है, मतलब y का उत्पादन ज्यादा बढ़ा दो, x की चंगी हुई है पर उतनी चंगी नहीं हुई, तो पर चंगी तो हुई है, ਇਹਦਾ उत्पादन भी बढ़ेगा पर घट बढ़ाना है, यानी ਇਹਦੇ a1 ਨੂੰ ਲਿਆ ਕੇ ਇਹਦੇ b1 ਨਾਲ ਮਿਲਾ दो, ये भी पॉसिबिलिटी हो सकती है। ये भी हो सकता है कि दोनों की टेक्निक बराबर चंगी हुई होवे, जे बराबर चंगी होएगी तो क्या होएगा हुन वक्र पैरेलल जाएगी तब दोनों का उत्पादन बराबर बढ़ेगा। ठीक हो गया। ते आपने कुल तीन ऑप्शंस जेडे ने वो होर हो सकते ने एसी उत्पादन संभावना वक्र विच होने वाले बदलाव। हुन आपां अपने फिर एक मेन टॉपिक ते आने आ, क्योंकि आपां ये सारी उत्पादन संभावना वक्र क्यों पढ़े, ताकि आपां अपनी जड़ियां केंद्रीय समस्यावां ने उन्होंने आपां हल कर सकिए। तां हुन इस उत्पादन संभावना वक्र दी मदद नाल आपां अपनी केंद्रीय समस्यावां हल कर सकते हैं। किस तरह जिहड़ी अपनी पहली केंद्रीय समस्या सी वो ए सी भी आपां किहड़ियां वस्तुओं का उत्पादन करना है ते कितनी मात्रा विच। अगर आपां इधर वस्तु x जिहड़ी है उन्होंने आपां उपभोक्ता वस्तु मान लीए, जिहड़ी इधर वस्तु y है उन्होंने आपां पूंजी वस्तु मान लीए, तो अपनी उत्पादन संभावना वक्र है ए बी। ਆਪਾਂ कैसे ਆਪਾਂ सारे पैसे पूंजी ते नहीं लाने, ਆਪਾਂ सारे पैसे उपभोक्ता ते भी नहीं लाने, ਆਪਾਂ दोवां ते लाने। शुरुआत करते हुए ਆਪਾਂ ਲੈਨੇ ਆ ਵੀ ਆਪਾਂ ਇਸ C पॉइंट ਤੇ ਆ ਤਾਂ पूंजी वस्तुआं y1 ਤੇ उपभोक्ता वस्तुआं x1। सरकार ਨੂੰ ਲੱਗਦਾ ਹੈ ਵੀ ਆਪਣੇ ਕੋਲ ਮਸ਼ੀਨਾਂ ਤਾਂ ਪਹਿਲਾਂ ਹੀ ਬਹੁਤ ਨੇ, ਹੁਣ ਆਪਣੇ ਕੋਲ ਜ਼ਰੂਰਤ ਤੋਂ ਜ਼ਿਆਦਾ ਨੇ, ਆਪਾਂ ਨੂੰ ਕੀ ਚਾਹੀਦਾ ਹੈ उपभोक्ता वस्तुआं ਜ਼ਿਆਦਾ ਚਾਹੀਦੀਆਂ। यानी सरकार की करेगी मैं दो गल्लां कीਆਂ ਸੀ, पहला ਤਾਂ ਕਿਹੜੀ वस्तु बनानी है, दूजी कितनी मात्रा ਵਿੱਚ बनानी है। सरकार चाहती है ਸਾਨੂੰ उपभोक्ता वस्तुओं की लोड़ ਜਿਹੜੀ है वो ज्यादा है, ਤਾਂ ਕੀ करना पड़ेगा उपभोक्ता वस्तुओं का उत्पादन
ਵਧਾਣਾ ਪਏਗਾ। ਜੇ ਉਪਭੋਗਤਾ ਦਾ ਉਤਪਾਦਨ ਵਧਾਣਾ ਪਏਗਾ ਤਾਂ ਕੀ ਹੋਏਗਾ, ਸਾਧਨ ਪੂੰਜੀ ਵਸਤੂਆਂ ਤੋਂ ਨਿਕਲ ਕੇ ਉਪਭੋਗਤਾ ਵਸਤੂਆਂ ਤੇ ਲੱਗਣਗੇ ਤਾਂ ਜਿਹੜੀਆਂ ਤੁਹਾਡੀਆਂ ਪੂੰਜੀ ਵਸਤੂਆਂ ਨੇ ਉਹਦਾ ਉਤਪਾਦਨ ਕੀ ਹੋ ਜਾਣਾ ਹੈ, ਘਟ ਜਾਣਾ ਹੈ ਤੇ ਉਪਭੋਗਤਾ ਵਸਤੂਆਂ ਦਾ ਉਤਪਾਦਨ ਵੱਧ ਜਾਣਾ ਹੈ। ਉਲਟਾ ਜੇ ਪੂੰਜੀ ਦਾ ਉਤਪਾਦਨ ਵਧਾਣਾ ਹੈ ਤਾਂ ਉਹਦੇ ਵਾਸਤੇ ਕੀ ਕਰਨਾ ਪਏਗਾ, ਉਪਭੋਗਤਾ ਵਸਤੂਆਂ ਦਾ ਉਤਪਾਦਨ ਜਿਹੜਾ ਹੈ ਉਹ ਕੀ ਕਰਨਾ ਪਏਗਾ, ਘਟਾਣਾ ਪਏਗਾ। ਤਾਂ ਉਤਪਾਦਨ ਸੰਭਾਵਨਾ ਵਕਰ ਤੋਂ ਸਰਕਾਰ ਨੂੰ ਇਹ ਪਤਾ ਲੱਗੇਗਾ ਵੀ ਇਹਦੀ ਢਲਾਨ ਕਿਸ ਤਰ੍ਹਾਂ ਦੀ ਹੈ, सीमांत अवसर लागत कितने तरह की है या कितनी है। फिर अगर ਅਸੀਂ ਉਪਭੋਗਤਾ ਵਸਤੂਆਂ ਵਧਾਉਂਦੇ ਆ ਤਾਂ ਸਾਨੂੰ ਪੂੰਜੀ ਕਿੰਨੀ ਛੱਡਣੀਆਂ ਪੈਣਗੀਆਂ, ਜਾਂ ਅਸੀਂ ਪੂੰਜੀ ਵਸਤੂਆਂ ਵਧਾਉਂਦੇ ਆ ਤਾਂ ਸਾਨੂੰ ਉਪਭੋਗਤਾ ਕਿੰਨੀਆਂ ਛੱਡਣੀਆਂ ਪੈਣਗੀਆਂ। ਉਸ ਹਿਸਾਬ ਤੇ ਸਰਕਾਰ ਇਹ ਫੈਸਲਾ ਲਏਗੀ ਵੀ ਉਹਨੇ ਕਿੰਨੇ ਸਾਧਨ ਪੂੰਜੀ ਵਸਤੂਆਂ ਤੇ ਲਾਣੇ ਨੇ ਤੇ ਕਿੰਨੇ ਸਾਧਨ ਜਿਹੜੇ ਨੇ ਉਹ ਉਹਨੇ ਉਪਭੋਗਤਾ ਵਸਤੂਆਂ ਤੇ ਲਾਣੇ ਨੇ। ਤਾਂ ਇਹਦੀ ਮਦਦ ਨਾਲ ਪਹਿਲੀ ਕੇਂਦਰੀ ਸਮੱਸਿਆ ਜਿਹੜੀ ਹੈ ਉਹ ਆਪਣੀ ਹੱਲ ਹੋ ਸਕਦੀ ਹੈ। दूसरी केंद्रीय समस्या ਜਿਹੜੀ ਸੀ ਉਹ ਸੀ ਆਪਾਂ ਉਤਪਾਦਨ ਜਿਹੜਾ ਹੈ ਉਹ ਕਿਵੇਂ ਕਰਨਾ ਹੈ। ਤਾਂ ਉਹਦੇ ਵਾਸਤੇ ਆਪਾਂ ਫਿਰ ਇੱਕ ਉਤਪਾਦਨ ਸੰਭਾਵਨਾ ਵਕਰ ਬਣਾ ਲੈਂਦੇ ਆ। ਇੱਧਰ ਵਸਤੂ y ਹੈ, ਇੱਧਰ ਵਸਤੂ x ਹੈ, ਤਾਂ ਆ ਆਪਣੀ ਉਤਪਾਦਨ ਸੰਭਾਵਨਾ ਵਕਰ ਹੈ AB। ਤਾਂ ਆਪਾਂ ਇਹ ਕਿਹਾ ਵੀ ਆਪਾਂ ਉਤਪਾਦਨ ਜਿਹੜਾ ਹੈ ਉਹ ਕਿਵੇਂ ਕਰਨਾ ਹੈ। किवें करना मतलब या तो किरत प्रधान होएगी या पूंजी प्रधान होएगी। सरकार कोई टेक्निक लगा रही थी। पहला सरकार ਨੂੰ ਲੱਗਿਆ ਵੀ ਅਸੀਂ ਇਸ C ਪੁਆਇੰਟ ਤੇ ਕੰਮ ਕਰਦੇ ਪਏ ਆ। ਸਰਕਾਰ ਨੂੰ ਲੱਗਿਆ ਵੀ ਆਪਾਂ ਤਾਂ ਉਤਪਾਦਨ ਸੰਭਾਵਨਾ ਵਕਰ ਦੇ ਅੰਦਰ ਹੈਗੇ ਆ। ਹੁਣ ਜੇ ਸਰਕਾਰ ਨੇ ਇਹ ਉਤਪਾਦਨ ਸੰਭਾਵਨਾ ਵਕਰ ਬਣਾਈ ਹੋਏਗੀ ਤਾਂ ਹੀ ਉਹਨੂੰ ਪਤਾ ਲੱਗੇਗਾ ਵੀ ਅਸੀਂ ਇਹਦੇ ਅੰਦਰ ਹੈਗੇ ਆ। ਉਹਨੂੰ ਪਤਾ ਲੱਗ ਗਿਆ ਸੀ ਅੰਦਰ। ਇਹਦਾ ਮਤਲਬ ਜਿਹੜੀ ਟੈਕਨੀਕ ਵਰਤੀ ਜਾ ਰਹੀ ਹੈ ਚਾਹੇ ਉਹ ਕਿਰਤ ਪ੍ਰਧਾਨ ਹੈ ਚਾਹੇ ਉਹ ਪੂੰਜੀ ਪ੍ਰਧਾਨ ਹੈ ਉਹ ਟੈਕਨੀਕ ਸਹੀ ਨਹੀਂ ਹੈਗੀ। ਕਿਉਂ ਨਹੀਂ ਹੈਗੀ? ਕਿਉਂਕਿ ਜੇ ਟੈਕਨੀਕ ਸਹੀ ਹੁੰਦੀ ਤਾਂ ਫਿਰ ਕੀ ਹੁੰਦਾ, ਆਪਾਂ ਇਸ ਉਤਪਾदन संभावना वक्र ਦੇ ਉੱਪਰ ਹੁੰਦੇ। यानी ਹੁਣ ਸਰਕਾਰ ਕੀ ਕਰੇਗੀ, ਅਜਿਹੀ ਟੈਕਨੀਕ ਬਦਲੇਗੀ ਭਾਵੇਂ ਉਹ ਕਿਰਤ ਪ੍ਰਧਾਨ ਜ਼ਿਆਦਾ ਲਾਵੇ ਭਾਵੇਂ ਉਹ ਪੂੰਜੀ ਪ੍ਰਧਾਨ ਜ਼ਿਆਦਾ ਲਾਵੇ ਤਾਂ ਕੋਸ਼ਿਸ਼ ਕਰੇਗੀ ਇਸ ਉਤਪਾदन संभावना वक्र ਦੇ ਉੱਪਰ ਜਾਣ ਦੀ। ਕਿਵੇਂ ਹੋ ਸਕਦਾ ਹੈ? शुरुआत में देखो x x1 है ਤੇ y y1 है। ਆਪਾਂ ਇਹਦੇ ਉੱਪਰ ਜਾਣਾ ਹੈ। ਕੀ ਕੀਤਾ ਜਾ ਸਕਦਾ ਹੈ? y ਵਾਸਤੇ ਟੈਕਨੀਕ ਸੇਮ ਰੱਖੀ ਜਾ ਸਕਦੀ ਹੈ, x ਵਾਸਤੇ ਵਧੀਆ ਕੀਤੀ ਜਾ ਸਕਦੀ ਹੈ। ਤਾਂ x ਦਾ ਉਤਪਾਦਨ x1 ਤੋਂ x2 ਹੋ ਜਾਏਗਾ, y ਦਾ y1 ਰਹਿ ਜਾਏਗਾ। ਜਾਂ ਆਪਾਂ x ਦਾ ਉਤਪਾਦਨ ਸੇਮ ਰੱਖ ਸਕਦੇ ਆ ਤਾਂ ਆਪਾਂ y ਦਾ ਉਤਪਾਦਨ ਵਧਾ ਸਕਦੇ ਆ, ਇੱਥੇ ਆਪਾਂ y2 ਤੇ ਆ ਜਾਾਂਗੇ। ਜਾਂ ਆਪਾਂ ਐਵੇਂ ਜਾ ਸਕਦੇ ਆ ਜਿਹਦੇ ਵਿੱਚ ਕੀ ਹੋਏਗਾ, ਦੋਨਾਂ ਦਾ ਉਤਪਾਦਨ ਜਿਹੜਾ ਹੈ ਉਹ ਪਹਿਲਾਂ ਨਾਲੋਂ ਵੱਧ ਜਾਏਗਾ। ਯਾਨੀ ਉਤਪਾਦਨ ਸੰਭਾਵਨਾ ਵਕਰ ਸਰਕਾਰ ਨੂੰ ਇਹ ਦੱਸੇਗੀ ਵੀ ਤੁਸੀਂ ਉਤਪਾਦਨ ਸੰਭਾਵਨਾ ਵਕਰ ਦੇ ਵਿੱਚ ਇੱਥੇ ਬੈਠੇ ਹੋ। ਜੇ ਤਾਂ ਆਲਰੇਡੀ ਤੁਸੀਂ ਉਤਪਾਦਨ ਸੰਭਾਵਨਾ ਵਕਰ ਦੇ ਉੱਪਰ ਹੋ, ਇਹਦਾ ਮਤਲਬ ਤੁਸੀਂ ਬੜੀ ਵਧੀਆ ਟੈਕਨੀਕ ਯੂਜ਼ ਕਰਦੇ ਪਏ ਹੋ, ਤੁਹਾਨੂੰ ਕੋਈ ਚੇਂਜਸ ਕਰਨ ਦੀ ਲੋੜ ਨਹੀਂ ਹੈ। ਪਰ ਅਗਰ ਤੁਸੀਂ ਉਤਪਾਦਨ ਸੰਭਾਵਨਾ ਵਕਰ ਦੇ ਅੰਦਰ ਹੋ, ਇਹਦਾ ਮਤਲਬ ਟੈਕਨੀਕ ਸਹੀ ਯੂਜ਼ ਨਹੀਂ ਹੋ ਰਹੀ ਹੈ। ठीक हो गया जी। फिर तीसरी ਜਿਹੜੀ ਸਮੱਸਿਆ ਸੀ ਉਹ ਸੀ ਵੀ ਆਪਾਂ ਉਤਪਾਦਨ ਕਿੰਨੇ ਲਈ ਕਰਨਾ ਹੈ। ਹੁਣ ਉਹਦਾ ਵੀ ਫੈਸਲਾ ਇੱਥੋਂ ਹੋ ਸਕਦਾ ਹੈ। ਤਾਂ ਸਰਕਾਰ ਜਿਹੜੀ ਹੈ ਉਵੇਂ ਹੀ ਇੱਧਰ ਵਸਤੂ y ਲੈ ਲੇਗੀ, ਇੱਧਰ ਵਸਤੂ x ਲੈ ਲੇਗੀ। ਆ ਸਰਕਾਰ ਦੀ ਉਤਪਾਦਨ ਸੰਭਾਵਨਾ ਵਕਰ ਹੈ AB। ਮੰਨ ਲਓ ਜਿਹੜੀ x ਵਸਤੂ ਹੈ ਇਹ ਅਮੀਰਾਂ ਵਾਸਤੇ ਹੈ, ਜਿਹੜੀ y ਵਸਤੂ ਹੈ ਉਹ ਗਰੀਬਾਂ ਵਾਸਤੇ ਹੈ। ਹੁਣ ਸੋਚੋ ਜੇ ਤਾਂ ਪੂੰਜੀਵਾਦੀ ਅਰਥਵਿਵਸਥਾ ਹੋਈ, ਉਹਨੇ ਕੀ ਕਰਨਾ ਹੈ, ਜਿਹੜੀ ਗਰੀਬਾਂ ਦੀਆਂ ਚੀਜ਼ਾਂ ਨੇ ਜਿਹੜੀਆਂ y ਵਾਲੀਆਂ ਉਹ ਕੀ ਕਰੇਗੀ, ਉਹ ਘੱਟ ਬਣਾਏਗੀ। ਜਿਹੜੀ ਅਮੀਰਾਂ ਵਾਸਤੇ ਚੀਜ਼ਾਂ ਨੇ ਉਹ ਕੀ ਕਰੇਗੀ, ਜ਼ਿਆਦਾ ਬਣਾਏਗੀ। ਯਾਨੀ ਉਹ ਕਿੱਥੇ ਕੰਮ ਕਰੇਗੀ, C ਪੁਆਇੰਟ ਤੇ। ਜੇ ਪੂੰਜੀਵਾਦੀ ਹੈ ਗਰੀਬਾਂ ਵਾਸਤੇ ਘੱਟ ਬਣਾਏਗੀ, ਅਮੀਰਾਂ ਵਾਸਤੇ ਜ਼ਿਆਦਾ ਬਣਾਏਗੀ। ਪਰ ਜੇ ਸਰਕਾਰ ਹੈ ਉਹਨੇ ਕੀ ਕਰਨਾ ਹੈ, ਸਰਕਾਰ ਇੱਥੇ ਕੰਮ ਕਰੇਗੀ D ਪੁਆਇੰਟ ਤੇ। ਯਾਨੀ ਜੋ ਅਮੀਰਾਂ ਵਾਸਤੇ ਚੀਜ਼ਾਂ ਨੇ ਉਹ ਘੱਟ ਬਣਾਏਗੀ ਤੇ ਗਰੀਬਾਂ ਵਾਸਤੇ ਚੀਜ਼ਾਂ ਜ਼ਿਆਦਾ ਬਣਾਏਗੀ। ਤਾਂ ਉਤਪਾਦਨ ਸੰਭਾਵਨਾ ਵਕਰ ਤੋਂ ਇਹ ਵੀ ਪਤਾ ਲੱਗੇਗਾ ਵੀ ਕਿੰਨੀਆਂ ਚੀਜ਼ਾਂ ਆਪਾਂ ਅਮੀਰਾਂ ਵਾਸਤੇ ਬਣਾਉਣੀਆਂ ਨੇ ਤੇ ਕਿੰਨੀਆਂ ਚੀਜ਼ਾਂ ਆਪਾਂ ਗਰੀਬਾਂ ਵਾਸਤੇ ਬਣਾਉਣੀਆਂ ਨੇ। ਫਿਰ ਆਪਾਂ ਇੱਕ ਹੋਰ ਕਰ ਸਕਦੇ ਹਾਂ। ਤੀਸਰੀ ਸਮੱਸਿਆ ਤੋਂ ਬਾਅਦ ਇੱਕ ਆਈ ਸੀ ਸਾਧਨਾਂ ਦਾ ਵਿਕਾਸ ਕਿਵੇਂ ਹੋਵੇ। ਤਾਂ ਇੱਥੇ ਫਿਰ ਆਪਾਂ ਵਸਤੂ y ਲੈ ਲੈਂਦੇ ਆ, ਇੱਧਰ ਆਪਾਂ ਵਸਤੂ x ਲੈ ਲੈਂਦੇ ਆ।
ਫਿਰ ਸੋਚੋ ਵੀ ਆ ਜਿਹੜੀ ਹੈ ਇਹ ਤੁਹਾਡੀ ਉਤਪਾਦਨ ਸੰਭਾਵਨਾ ਵਕਰ ਹੈ AB। ਹੁਣ ਸਰਕਾਰ ਨੇ ਇਹ ਪਤਾ ਲਗਾਣਾ ਹੈ ਵੀ ਜਿਹੜੇ ਸਾਧਨ ਨੇ ਉਹ ਪਹਿਲਾਂ ਨਾਲੋਂ ਵਧੇ ਕਿ ਨਹੀਂ ਵਧੇ। ਸਰਕਾਰ ਇਹ ਦੇਖੇਗੀ ਵੀ ਕੀ ਸਾਡੀ ਉਤਪਾਦਨ ਸੰਭਾਵਨਾ ਵਕਰ ਬਦਲੀ ਕਿ ਨਹੀਂ ਬਦਲੀ। ਜੇ ਤਾਂ ਸਰਕਾਰ ਨੂੰ ਇਹ ਪਤਾ ਲੱਗ ਗਿਆ ਵੀ ਸਾਡੀ ਨਵੀਂ ਉਤਪਾਦਨ ਸੰਭਾਵਨਾ ਵਕਰ ਜਿਹੜੀ ਹੈ ਉਹ A1 B1 ਬਣ ਗਈ ਹੈ, ਜਿਹੜੀ ਕਿ ਪੁਰਾਣੀ ਵਾਲੀ ਦੇ ਬਾਹਰ ਹੈ। ਇਹਦਾ ਮਤਲਬ ਕੀ ਹੋਏਗਾ, ਸਰਕਾਰ ਨੂੰ ਪਤਾ ਲੱਗ ਗਿਆ ਵੀ ਸਾਡੇ ਸਾਧਨ ਪਹਿਲਾਂ ਨਾਲੋਂ ਵੱਧ ਗਏ ਨੇ। ਅਸੀਂ ਕੀ ਕਰਨਾ ਹੈ, ਆਦੇ ਸਾਧਨਾਂ ਦਾ ਇਸ ਤਰ੍ਹਾਂ ਵਿਕਾਸ ਕਰਨਾ ਹੈ ਵੀ ਸਾਡੀ ਜਿਹੜੀ ਨਵੀਂ ਉਤਪਾਦਨ ਸੰਭਾਵਨਾ ਵਕਰ ਬਣੇ ਉਹ ਪੁਰਾਣੀ ਤੋਂ ਜ਼ਿਆਦਾ ਦੂਰ ਬਣੇ। ਜਿੰਨੀ ਜ਼ਿਆਦਾ ਦੂਰ ਬਣੇਗੀ ਉਨੇ ਹੀ ਸਾਧਨ ਜਿਹੜੇ ਨੇ ਉਹ ਪਹਿਲਾਂ ਨਾਲੋਂ ਜ਼ਿਆਦਾ ਵੱਧ ਜਾਣਗੇ। ਫਿਰ ਹੁਣ ਸਰਕਾਰ ਨੇ ਚੈੱਕ ਕਰਨਾ ਹੈ ਵੀ ਜੋ ਸਾਧਨ ਹੈਗੇ ਨੇ ਉਹਨਾਂ ਦੀ ਸਹੀ ਵਰਤੋਂ ਤੇ ਉਹਨਾਂ ਦੀ ਪੂਰੀ ਵਰਤੋਂ ਹੋ ਰਹੀ ਹੈ ਕਿ ਨਹੀਂ ਹੋ ਰਹੀ, ਤਾਂ ਉਹ ਵੀ ਉਤਪਾਦਨ ਸੰਭਾਵਨਾ ਵਕਰ ਤੋਂ ਪਤਾ ਲੱਗ ਸਕਦਾ ਹੈ। ਇੱਧਰ ਵਸਤੂ y, ਇੱਧਰ ਵਸਤੂ x ਤੇ ਆ ਆਪਣੀ ਉਤਪਾਦਨ ਸੰਭਾਵਨਾ ਵਕਰ AB। ਮੰਨ ਲਓ ਸਰਕਾਰ ਨੂੰ ਲੱਗਦਾ ਹੈ ਕਿ ਅਸੀਂ ਤਾਂ ਇੱਥੇ C ਪੁਆਇੰਟ ਤੇ ਬੈਠੇ ਆ, ਸਾਡੇ ਕੋਲ ਤਾਕਤ ਹੈ ਕਿ ਅਸੀਂ ਇਸ D ਪੁਆਇੰਟ ਤੇ ਆ ਸਕਦੇ ਹਾਂ, ਇਸ E ਪੁਆਇੰਟ ਤੇ ਆ ਸਕਦੇ ਹਾਂ, ਇਸ F ਪੁਆਇੰਟ ਤੇ ਆ ਸਕਦੇ ਹਾਂ, ਇਸ G ਪੁਆਇੰਟ ਤੇ ਆ ਸਕਦੇ ਹਾਂ, ਪਰ ਅਸੀਂ ਕਿੱਥੇ ਬੈਠੇ ਆ, C ਤੇ। ਮਤਲਬ ਅਸੀਂ ਉਤਪਾਦਨ ਸੰਭਾਵਨਾ ਵਕਰ ਦੇ ਅੰਦਰ ਬੈਠੇ ਆ। ਮਤਲਬ ਜਾਂ ਤਾਂ ਅਸੀਂ ਆਦੇ ਸਾਧਨਾਂ ਦੀ ਸਹੀ ਵਰਤੋਂ ਨਹੀਂ ਕਰਦੇ ਪਏ ਤੇ ਜਾਂ ਉਹਨਾਂ ਦੀ ਪੂਰੀ ਵਰਤੋਂ ਨਹੀਂ ਕਰਦੇ ਪਏ। ਕਿਉਂਕਿ ਜੇਕਰ ਸਰਕਾਰ ਸਾਧਨਾਂ ਦੀ ਸਹੀ ਵਰਤੋਂ ਪੂਰੀ ਵਰਤੋਂ ਕਰ ਰਹੀ ਹੁੰਦੀ ਤਾਂ ਆਪਾਂ ਕਿੱਥੇ ਹੁੰਦੇ, F ਤੇ D ਤੇ E ਤੇ G ਤੇ ਹੁੰਦੇ। ਜੇ ਸਰਕਾਰ ਉਤਪਾਦਨ ਸੰਭਾਵਨਾ ਵਕਰ ਬਣਾਏਗੀ ਤਾਂ ਹੀ ਉਹਨੂੰ ਪਤਾ ਲੱਗੇਗਾ ਵੀ ਅਸੀਂ ਪ੍ਰੈਜ਼ੈਂਟਲੀ ਕਿੱਥੇ ਕੰਮ ਕਰਦੇ ਪਏ ਆ, ਅਸੀਂ ਉਤਪਾਦਨ ਸੰਭਾਵਨਾ ਵਕਰ ਦੇ ਉੱਪਰ ਹੈਗੇ ਆ ਜਾਂ ਅੰਦਰ ਹੈਗੇ ਆ। ਜੇ ਤਾਂ ਉਤਪਾਦਨ ਸੰਭਾਵਨਾ ਵਕਰ ਦੇ ਅੰਦਰ ਹੈਗੇ ਹੋ ਤਾਂ ਮਤਲਬ ਸਾਧਨਾਂ ਦੀ ਪੂਰੀ ਤੇ ਸਹੀ ਵਰਤੋਂ ਨਹੀਂ ਹੋ ਰਹੀ। ਜੇ ਉੱਪਰ ਹੋ ਤਾਂ ਸਾਧਨਾਂ ਦੀ ਪੂਰੀ ਤੇ ਸਹੀ ਵਰਤੋਂ ਹੋ ਰਹੀ ਹੈ। ਮਤਲਬ ਆਪਾਂ ਉਤਪਾਦਨ ਸੰਭਾਵਨਾ ਵਕਰ ਦੇ ਦੁਆਰਾ ਆਪਣੀਆਂ 5 ਦੀਆਂ 5 ਕੇਂਦਰੀ ਸਮੱਸਿਆਵਾਂ ਜਿਹੜਾ ਉਹਨਾਂ ਦਾ ਆਪਾਂ ਹੱਲ ਕਰ ਸਕਦੇ ਹਾਂ। ਤਾਂ ਉਮੀਦ ਹੈ ਤੁਹਾਨੂੰ ਇਹ ਲੈਕਚਰ ਸਮਝ ਆ ਗਿਆ ਹੋਵੇਗਾ। ਕੋਈ ਡਾਊਟ ਹੋਵੇ ਤਾਂ ਉਹਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਆ ਜੇ। ਥੈਂਕ ਯੂ ਵੈਰੀ ਮਚ।